ਇਹ ਜੋ ਮਾਂ ਅੰਦੋਲਨ ਜਿਹੜਾ ਚੱਲ ਰਿਹਾ ਦਿੱਲੀ ਦੇ ਵਿੱਚ, ਸ਼ਾਇਦ ਇਹ ਸਰਕਾਰ ਨੇ ਕਦੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਹੋਣਾ। 5% ਮਸਾ ਪਹੁੰਚਿਆ, ਜਿਨ੍ਹਾਂ ਦੀ ਗਿਣਤੀ 10 ਲੱਖ ਤੋਂ ਉੱਪਰ ਜਿਹੜੀ ਕਿਸਾਨਾਂ ਦੀ ਇੱਥੇ ਗਿਣਤੀ ਹੋ ਚੁੱਕੀ ਹੈ। ਇਹ ਮੋਦੀ ਸਰਕਾਰ ਨੇ ਸਾਡੀਆਂ ਭੈਣਾਂ ਨੂੰ ਸੜਕਾਂ ਤੇ ਰੋਲਿਆ ਹੈ, ਸਾਡੀਆਂ ਮਾਤਾਵਾਂ ਨੂੰ ਸੜਕਾਂ ਤੇ ਰੋਲਿਆ ਹੈ, ਸਾਡੇ ਬਜ਼ੁਰਗਾਂ ਨੂੰ ਰੋਲਿਆ ਹੈ। ਜਿਹੜੇ ਕੁਛ ਇਹਦੇ ਕੋਲ 15 ਲੱਖ ਰੁਪਈਆ ਨਹੀਂ ਮੰਗਣ ਆਏ, ਕੋਈ ਇਹਦੇ ਵੱਲੋਂ ਜਿਹੜੀਆਂ ਸਹੂਲਤਾਂ ਦਿੱਤੀਆਂ ਕਿਸੇ ਇਲੈਕਸ਼ਨ ਤੋਂ ਪਹਿਲਾਂ, ਉਹ ਨਹੀਂ ਲੈਣ ਆਏ। ਸਾਡੇ ਬੱਚੇ ਨੇ ਜਿਹੜੇ ਸੱਪਾਂ ਦੇ ਸਿਰ ਲਾਤੜਦੇ ਫਿਰਦੇ ਨੇ, ਆਪਦਾ ਹੱਕ ਨਹੀਂ ਦੇਣਾ ਸੀ। ਤੜਕੇ ਨੂੰ 10 ਟਰਾਲੀਆਂ ਹੋਰ ਆਉਣੀਆਂ ਪੰਜਾਬ ਚੋਂ। ਬਲਦੇਵ ਰਾਜ ਜੀ, ਜਲਾਲਾਬਾਦ ਤੋਂ। ਕੀ ਕਹਿਣਾ ਚਾਹੁੰਦੇ? ਇਹ ਜੋ ਮਾਂ ਅੰਦੋਲਨ ਜਿਹੜਾ ਚੱਲ ਰਿਹਾ ਦਿੱਲੀ ਦੇ ਵਿੱਚ, ਸ਼ਾਇਦ ਇਹ ਸਰਕਾਰ ਨੇ ਕਦੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਹੋਣਾ ਕਿ ਜਿਹੜੇ ਪੰਜਾਬ ਤੋਂ ਲੋਕ ਆਏ, ਕਿਉਂਕਿ ਪੰਜਾਬ ਨੇ ਇਸ ਚੀਜ਼ ਦੇ ਵਿੱਚ ਪਹਿਲ ਕੀਤੀ ਹੈ। ਔਰ ਇਹ ਡੱਬ ਵਾਲੇ ਦਾ ਜਿਹੜਾ ਬਾਰਡਰ ਤੋੜਦੇ ਹੋਏ, ਜਿੱਥੇ ਖੱਟੜ ਸਰਕਾਰ ਨੇ ਬੜੇ ਜਿਹੜੇ ਬੈਰੀਕੇਡ ਕੀਤੇ ਸੀ, ਪਰ ਉਹਦੇ ਨਾਲ ਉਹ ਨਾਕਾਮ ਰਿਹਾ। ਔਰ ਇਹ ਜਿਹੜੇ ਲੋਕ ਇੱਥੇ ਪਹੁੰਚੇ, ਮੈਂ ਇੱਕ ਗੱਲ ਦੱਸ ਦੇਣੀ ਚਾਹੁੰਦਾ ਨਰਿੰਦਰ ਮੋਦੀ ਨੂੰ ਕਿ ਇਹ ਉਹਨਾਂ ਦੇ ਵਾਰਸ ਹੈ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਰਾਜਗੁਰੂ ਸੁਖਦੇਵ, ਭਗਤ ਸਿੰਘ, ਊਧਮ ਸਿੰਘ, ਉਹ ਯੋਧਿਆਂ ਦੀ ਇਹ ਅੰਸ਼ ਦੇ ਵਿੱਚੋਂ ਹੈ, ਉਹਨਾਂ ਦਾ ਖੂਨ ਹੈ ਇਹਨਾਂ ਦੇ ਵਿੱਚ। ਔਰ 10 ਗੁਰੂਆਂ ਦੀ ਸ਼ੋਅ ਪ੍ਰਾਪਤ ਹੈ। ਔਰ ਇਹ ਦਿੱਲੀ ਦੇ ਵਿੱਚ ਹਾਲੇ ਤਾਂ ਮੇਰੇ ਵੀਰ ਨੇ ਕਿਹਾ 10%, 5% ਮਸਾ ਪਹੁੰਚਿਆ, ਜਿਨ੍ਹਾਂ ਦੀ ਗਿਣਤੀ 10 ਲੱਖ ਤੋਂ ਉੱਪਰ ਜਿਹੜੀ ਕਿਸਾਨਾਂ ਦੀ ਇੱਥੇ ਗਿਣਤੀ ਹੋ ਚੁੱਕੀ ਹੈ। ਔਰ ਉਹਨੂੰ ਚਾਹੀਦਾ, ਸਮਝ ਲੈਣਾ ਚਾਹੀਦਾ ਕਿ ਜਿਹੜੇ ਬਿੱਲ ਜਲਦੀ ਤੋਂ ਜਲਦੀ ਵਾਪਸ ਲੈ ਜਾਣ। ਔਰ ਇਹਨਾਂ ਦੀ ਜਿਹੜੀਆਂ ਇੱਕ ਚੀਜ਼ ਦਾ ਅੱਜ ਸਾਡਾ ਰਾਜਾ ਹੈ, ਰਾਜੇ ਦਾ ਜਿਹੜਾ ਕੰਮ ਹੁੰਦਾ ਜਨਤਾ ਦਾ ਸਵਾਰਨਾ, ਜਨਤਾ ਦੇ ਦੁੱਖ ਸੁੱਖ ਦੇ ਵਿੱਚ ਸਹਾਈ ਹੋਣਾ, ਪਰ ਇਹ ਸ਼ੁਰੂ ਤੋਂ ਹੀ ਉਲਟ ਕਰ ਰਿਹਾ ਹੈ। ਪਰ ਇੱਕ ਗੱਲ ਇਹ ਵੀ ਚੈਲੰਜ ਦੇ ਵਾਸਤੇ ਬੜੀ ਵੱਡੀ ਖੜੀ ਹੋਈ ਹੈ। ਇਹ ਮੋਦੀ ਸਰਕਾਰ ਨੇ ਸਾਡੀਆਂ ਭੈਣਾਂ ਨੂੰ ਸੜਕਾਂ ਤੇ ਰੋਲਿਆ ਹੈ, ਸਾਡੀਆਂ ਮਾਤਾਵਾਂ ਨੂੰ ਸੜਕਾਂ ਤੇ ਰੋਲਿਆ ਹੈ, ਸਾਡੇ ਬਜ਼ੁਰਗਾਂ ਨੂੰ ਰੋਲਿਆ ਹੈ। ਜਿਹੜੇ ਕੁਛ ਇਹਦੇ ਕੋਲ 15 ਲੱਖ ਰੁਪਈਆ ਨਹੀਂ ਮੰਗਣ ਆਏ, ਕੋਈ ਇਹਦੇ ਵੱਲੋਂ ਜਿਹੜੀਆਂ ਸਹੂਲਤਾਂ ਦਿੱਤੀਆਂ ਕਿਸੇ ਇਲੈਕਸ਼ਨ ਤੋਂ ਪਹਿਲਾਂ, ਉਹ ਨਹੀਂ ਲੈਣ ਆਏ। ਇਹ ਸਿਰਫ ਜਿਹੜੇ ਕਾਲੇ ਕਾਨੂੰਨ ਹੈ, ਉਹ ਆਪਣੀ ਲੜਾਈ ਆਪਣੀ ਸਰਕਾਰ ਦੇ ਵਿਰੁੱਧ ਜਿਹੜੇ ਲੜਨ ਜਾ ਰਹੇ ਆ। ਇਹ ਬੜੀ ਸ਼ਰਮ ਵਾਲੀ ਗੱਲ ਹੈ। ਸੋ ਇਹਦਾ ਕਿਤੇ ਨਾ ਕਿਤੇ ਪਰਮਾਤਮਾ ਜ਼ਰੂਰ ਨਿਆਂ ਕਰੂਗਾ ਇਹਦਾ। ਤੁਸੀਂ ਜਲਾਲਾਬਾਦ ਬਾਰਡਰ ਤੇ ਰਹਿੰਦੇ ਹੋ ਜੀ? ਬਾਰਡਰ ਤੇ ਨੇ ਜੀ। ਉੱਥੇ ਵੀ ਗੋਲੀ ਦਾ ਡਰ ਤਾਂ ਇੱਥੇ ਵੀ ਬਿਲਕੁਲ ਜੀ, ਸਾਰੇ ਪਾਸੇ। ਔਰ ਇੱਕ ਅਸੀਂ ਇਹ ਚੀਜ਼ ਧਾਰ ਕੇ ਆਏ ਹਾਂ, ਰਾਤ ਅਸੀਂ ਇੱਥੇ ਇੱਕ ਕਿਸਾਨ ਜਿਹੜਾ ਉਹਦੀ ਡੈਥ ਹੋਈ ਹੈ, ਉਹਦੀ ਜਿਹੜੀ ਡੈੱਡ ਬੋਡੀ ਹੈ ਉਹ ਅਸੀਂ ਉੱਥੇ ਹਸਪੀਟਲ ਦੇ ਵਿੱਚ ਪਈ ਆ। ਔਰ ਉੱਥੇ ਵੀ ਜਿਹੜੀ ਸਾਡੀ ਗੱਲਬਾਤ ਨਹੀਂ ਸੁਣੀ ਜਾ ਰਹੀ ਸੀ। ਔਰ ਅਸੀਂ ਉੱਥੇ ਆਪਣੇ ਚੈਨਲ ਦੇ ਜ਼ਰੀਏ, ਸਾਡੇ ਇੱਕ ਚੈਨਲ ਲੋਕਲ ਚੱਲ ਰਿਹਾ ਦੇਵ ਲਾਈਵ ਰੇਡੀਓ ਦੇ ਜ਼ਰੀਏ ਬੋਲ ਰਹੇ ਸੀ। ਔਰ ਉੱਥੇ ਵੀ ਸ਼ਰਾਰਤੀ ਅਨਸਰ ਸੀ ਜਿਨ੍ਹਾਂ ਨੇ ਸਾਡੀ ਜਿਹੜੀ ਕਾਰ ਦਾ ਰਾਤ ਦਾ ਬੈਕ ਵਾਲਾ ਸ਼ੀਸ਼ਾ ਭੰਨਤਾ। ਸੋ ਸਾਨੂੰ ਕਾਰਾਂ ਦੀ ਕੋਈ ਪਰਵਾਹ ਨਹੀਂ, ਸਾਡੇ ਸ਼ੀਸ਼ੇ ਭੰਨ ਦਿਓ, ਹੋਰ ਭੰਨ ਦਿਓ, ਅਸੀਂ ਗੋਲੀ ਵੀ ਖਾਣ ਨੂੰ ਤਿਆਰ ਆ। ਪਰ ਅਸੀਂ ਜਿਹੜੇ ਕਾਲੇ ਕਾਨੂੰਨ ਹੈ ਹਰਗਿਜ਼ ਇਹ ਬਿਲਕੁਲ ਅਸੀਂ ਲਾਗੂ ਨਹੀਂ ਹੋਣ ਦੇਵਾਂਗੇ, ਭਾਵੇਂ ਦੀ ਸਾਨੂੰ ਇੱਥੇ ਸਾਲ ਭਰ ਬਹਿਣਾ ਪਏ। ਉੱਥੋਂ ਕਿੰਨੇ ਕੁ ਆਏ ਉਧਰਲੇ ਏਰੀਏ ਤੁਹਾਡੇ 'ਚ? ਸਾਡੇ ਏਰੀਏ 'ਚੋਂ ਹਰੇਕ ਜਿਵੇਂ ਸਾਡਾ ਟੋਲ ਜਿਹੜਾ ਸਾਡਾ ਸੀਗਾ ਟੋਲ ਪਲਾਜ਼ਾ ਮਮਜੋਈਆ, ਉਹਨੂੰ ਅਸੀਂ 2 ਮਹੀਨੇ ਤੋਂ ਲਗਾਤਾਰ ਜਿਹੜਾ ਘੇਰਿਆ ਸੀਗਾ। ਔਰ ਉੱਥੋਂ ਅਸੀਂ ਪੰਜਾਬ ਦਾ ਜਿਹੜਾ ਭਾਜਪਾ ਜਿਹੜਾ ਲੀਡਰ ਹੈਗਾ ਜੈਨੀ, ਉਹ ਤੁਹਾਡੇ ਏਰੀਏ 'ਚੋਂ ਕਦੀ ਗੱਲਬਾਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ? ਨਹੀਂ ਜੀ, ਉਹਨੇ ਜੋ ਵੀ ਕੀਤਾ ਹੈ, ਉਹਨੇ ਮੈਂ ਕਹਿੰਦਾ ਵੀ ਜਿਹੜਾ ਉਹਨੇ ਡਰਾਮਾ ਹੀ ਕੀਤਾ ਸਭ, ਉਹ ਵੀ ਇਹਦੇ ਨਾਲ ਸਾਰਾ ਮਿਲੀ ਭੋਤ ਕਰਕੇ ਕਰ ਰਿਹਾ ਹੈ। ਔਰ ਉਸ ਤੋਂ ਬਾਅਦ ਉਹ ਬੋਲਿਆ ਵੀ ਨਹੀਂ। ਉਹ ਇਹ ਜਲਦ ਜਿਹੜੀ ਆ ਉਹ ਮਤਲਬ ਹੱਲ ਨਿਕਲਣ ਦੀ ਕੋਸ਼ਿਸ਼ ਹੋਵੇਗੀ। ਉਹਨੇ ਫਿਰ ਕੀਤਾ ਕਿਉਂ ਨਹੀਂ ਜੀ? ਕੱਖ ਨਹੀਂ ਕੀਤਾ ਉਹਨੇ। ਇੱਕ ਦਿਨ ਇਹ ਬਿਆਨਬਾਜ਼ੀ ਤਾਂ ਇੱਥੋਂ ਕੋਈ ਵੀ ਲੀਡਰ ਕਰ ਸਕਦਾ ਹੈ, ਪਰ ਕਿਤੇ ਉਹ ਦਿਖਾਵੇ ਵੀ ਕਿਸਾਨਾਂ ਦੇ ਨਾਲ ਆ ਕੇ ਖੜਿਆ। ਜੇ ਉਹ ਫਾਜ਼ਿਲਕਾ ਥੇ ਕਲੰਦਰ ਤੇ ਆ ਕੇ ਬੈਠਾ ਹੈ, ਔਰ ਰਿਲਾਇੰਸ ਪੰਪ ਤੇ ਬੈਠਾ ਹੈ, ਈਜ਼ਲੀ ਬੰਦ ਕਰਵਾਏ ਨੇ, ਉੱਥੇ ਆ ਕੇ ਬੈਠਾ ਹੈ, ਜਾਂ ਮਾਮੂਜੇ ਟੋਲ ਇੱਕ ਜਗ੍ਹਾ ਦੱਸਦੇ ਸਾਨੂੰ, ਉੱਥੇ ਆ ਕੇ ਮੈਂ ਕਿਸਾਨਾਂ ਦੇ ਨਾਲ ਖੜਾ। ਆ ਰਹੇ ਕਾਫਲੇ ਪੂਰੇ ਉਧਰੋਂ? ਬਿਲਕੁਲ ਜੀ। ਮੈਂ ਤਾਂ ਕਹਿੰਦਾ ਜੀ, ਜਿਹੜੀ ਇੱਥੋਂ ਜਿਹੜੀ ਪਹਿਲਾਂ ਮੀਡੀਆ ਨੇ ਰਿਪੋਰਟ ਦਿੱਤੀ, ਇੰਟੈਲੀਜੈਂਸ ਦੀ ਰਿਪੋਰਟ ਸੀਗੀ, ਜਦੋਂ ਅਸੀਂ ਪਹਿਲੇ ਦਿਨ ਇੱਥੇ 27 ਤਰੀਕ ਨੂੰ ਅਸੀਂ ਇੱਥੇ ਦਾਖਲ ਹੋਏ ਹਾਂ, ਔਰ ਉਹ ਕਹਿ ਰਹੇ ਸੀਗੇ 1,95,000 ਦੀ ਰਿਪੋਰਟ ਹੈ। ਪਰ ਉਸ ਤੋਂ ਬਾਅਦ ਤੁਸੀਂ ਦੇਖ ਲਓ, ਹਾਲੇ ਤੱਕ ਜਿਹੜੇ ਲੋਕ ਹੈ ਉਹ ਬੜੇ ਕਾਫਲੇ ਬਣਾ ਕੇ ਪਿੰਡਾਂ ਦੇ ਵਿੱਚੋਂ ਸਾਨੂੰ ਵੀ ਫੋਨ ਆਉਂਦੇ ਆ। ਔਰ ਟਰਾਲਿਆਂ ਦੇ ਟਰਾਲੇ, ਅੱਜ ਵੀ ਸਾਡੇ ਜਲਾਲਾਬਾਦ ਤੋਂ 15 ਟਰਾਲੇ ਤੁਰੇ ਹੋਏ ਜੀ। ਤੁਸੀਂ ਕਹਿੰਦੇ ਵੀ ਇੱਥੇ ਲੱਖਾਂ ਦੀ ਗਿਣਤੀ 'ਚ ਇਕੱਠ ਹੋ ਗਿਆ, ਤੇ ਨੈਸ਼ਨਲ ਮੀਡੀਆ ਕਹੀ ਜਾਂਦਾ 10 ਕੋਈ ਆ ਰਿਹਾ। ਵੇਖੋ ਜੀ, ਜਿਹੜਾ ਮੀਡੀਆ ਵਿਕਾਊ ਹੈ, ਸਾਡੇ ਸਾਹਮਣੇ ਕੋਈ ਜਦੋਂ ਵੀ ਉਹ ਜਿਹੜਾ ਮੀਡੀਆ ਆਉਂਦਾ ਹੈ, ਉਹ ਸਿਰਫ ਸ਼ਰਾਰਤ ਕਰਨੀ ਆਉਂਦਾ ਹੈ, ਬਿਨਾਂ ਸ਼ਰਾਰਤਬਾਜ਼ੀ ਤੋਂ। ਉਹਨਾਂ ਦਾ ਇੱਕੋ ਮਕਸਦ ਹੈ ਕਿ ਕਿਸਾਨਾਂ ਨੂੰ ਕਿਵੇਂ ਨਿਖੇੜਿਆ ਜਾਵੇ, ਕਿਸਾਨਾਂ ਨੂੰ ਆਪਸ ਦੇ ਵਿੱਚ ਲੜਾਉਣਾ ਚਾਹੁੰਦੇ ਆ। ਔਰ ਉਹ ਉਲਟ ਪੁਲਟ ਸਵਾਲ ਹੀ ਪੁੱਛਦੇ ਆ ਇੱਥੇ ਆ ਕੇ। ਕੱਲ ਵੀ ਇਦਾਂ ਹੀ ਹੋਇਆ। ਔਰ ਸਵਾਲ ਕਰਦੇ ਆ ਤੁਹਾਡੇ ਜਿਹੜੇ ਬਿੱਲ ਹੱਕ ਦੇ ਆ। ਮੋਦੀ ਵੀ ਕਹਿ ਰਿਹਾ ਉਹ ਯਾਰ ਜੇ ਹੱਕ ਦੇ ਹੈ ਤੇ ਉੱਤਰਾਖੰਡ ਦੇ ਵਿੱਚ ਬੜੀ ਵੱਡੀ ਐਗਜ਼ਾਮਪਲ ਹੈ, ਬਿਹਾਰ ਦੇ ਵਿੱਚ ਐਗਜ਼ਾਮਪਲ ਹੈ ਜਿੱਥੇ ਇਹ ਲਾਗੂ ਹੋਇਆ ਹੈ। ਔਰ ਉਹ ਜਿਹੜੇ ਲੋਕ ਹੈ ਬਿਹਾਰ ਦੇ ਜਿਹੜੇ ਸਾਡੇ ਮੰਡੀਆਂ ਦੇ ਵਿੱਚ ਆ ਕੇ ਕੰਮ ਕਰਦੇ ਨੇ, ਕਿਉਂ ਕੰਮ ਕਰਦੇ ਨੇ? ਉਹ
ਕਿਉਂ ਸਾਡੇ ਨਾਲ ਆ ਕੇ ਨੌਕਰੀਆਂ ਲੱਗਦੇ ਨੇ? ਸਾਰਿਆਂ ਦੇ ਕੋਲ 15-20 ਕਿੱਲੇ ਜ਼ਮੀਨ ਹੈ, ਪਰ ਉੱਥੇ ਜਿਹੜਾ ਫਸਲ ਦਾ ਰੇਟ ਹੈ ਨਹੀਂ। ਕਿਉਂ ਨਹੀਂ? ਕਿਉਂਕਿ ਬਿੱਲ ਲਾਗੂ ਹੈ, ਇਸੇ ਕਰਕੇ ਵਿਰੋਧ ਹੋ ਰਿਹਾ। ਤੁਹਾਡੇ ਤੱਕ ਵੀ ਆਉਣੇ ਆ, ਮਾਤਾ ਜੀ ਰੋਟੀਆਂ ਪਕਾ ਰਹੇ ਨੇ, ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ। ਮਾਤਾ ਜੀ ਖੁਸ਼ ਹੋ, ਪ੍ਰਸ਼ਾਦੇ ਪਕਾ ਰਹੇ ਹੋ, ਠੀਕ ਹੈ? ਹਾਂ ਠੀਕ ਆ ਜੀ। ਤੇ ਕੀ ਸੋਚ ਕੇ ਆਏ ਇੱਥੇ ਤੇ ਕੀ ਹੱਲ ਨਿਕਲਦਾ ਕੋਈ? ਆਹ ਗੱਲ ਸੋਚ ਕੇ ਆਏ ਹਾਂ ਜੀ। ਅਸੀਂ ਆਪਦੇ ਕਿਸਾਨਾਂ ਨਾਲ ਮੋਢਾ ਲਾ ਕੇ ਖੜਾਂਗੇ। ਸਾਡੇ ਬੱਚੇ ਨੇ ਜਿਹੜੇ ਸੱਪਾਂ ਦੇ ਸਿਰ ਲਾਤੜਦੇ ਫਿਰਦੇ ਨੇ, ਆਪਦਾ ਹੱਕ ਨਹੀਂ ਦੇਣਾ। ਅਸੀਂ ਪੰਜਾਬ ਦੀ ਜੰਮੀ ਜਾਈਆਂ, ਮੋਢਾ ਲਾ ਕੇ ਕਿਸਾਨਾਂ ਦੇ ਖੜੂਗੇ, ਆਪਦਾ ਹੱਕ ਨਹੀਂ ਦੇਣਾ। ਪਿੱਛੋਂ ਪਰਿਵਾਰ ਫੋਨ ਤਾਂ ਨਹੀਂ ਕਰਦਾ ਵੀ ਆ ਜਾ ਹੁਣ? ਨਾ ਕਹਿੰਦੇ ਨਹੀਂ ਜੀ, ਕੋਈ ਕਹਿੰਦੇ ਨਹੀਂ। ਤੜਕੇ ਨੂੰ 10 ਟਰਾਲੀਆਂ ਹੋਰ ਆਉਣੀਆਂ ਪੰਜਾਬ ਚੋਂ, 10 ਟਰਾਲੀਆਂ ਹੋਰ ਆਉਣੀਆਂ। ਕਿਹੜੇ ਏਰੀਆ ਚੋਂ ਆਏ ਤੁਸੀਂ? ਅਸੀਂ ਮਾਨਸਾ ਜ਼ਿਲ੍ਹੇ ਤੋਂ ਆਏ ਹਾਂ। ਪੰਜਾਬ ਚੋਂ 10 ਟਰਾਲੀਆਂ ਤੜਕੇ ਆਉਣਗੀਆਂ। ਮੋਦੀ ਨੂੰ ਆਹੀ ਹੁਕਮ ਕਰਦੇ ਆ ਵੀ ਕਾਲੇ ਕਾਨੂੰਨ ਵਾਪਸ ਕਰਦੇ, ਸਾਨੂੰ ਲੋੜ ਹੈ। ਸੱਪਾਂ ਦੇ ਸਿਰ ਲਾਤੜਦੇ ਫਿਰਦੇ ਆ ਅਸੀਂ। ਆਪਦੀ ਕਿਸਾਨ ਖੇਤੀ ਕਰਕੇ ਖਾਂਦਾ।